ਭਾਜੀ ਇੱਕ ਹੋਰ ਤੁਸੀਂ ਸੋਸ਼ਲ ਮੀਡੀਆ ਦੇ ਉੱਪਰ ਖਾਸ ਕਰਕੇ ਇੱਕ ਨਵਾਂ ਪ੍ਰਕਰਨ ਸ਼ੁਰੂ ਦੇਖਿਆ ਹੋਊਗਾ। ਹਾਂਜੀ ਉਹ ਹੈਗਾ ਜੀ ਟਵਿੱਟਰ ਵਾਰ, ਹਾਂਜੀ ਜਾਂ ਪੰਜਾਬੀ ਚ ਕਹਿ ਲਈਏ ਜਿੱਦਾਂ ਕਹਿੰਦੇ ਨੇ ਜੂੰਡੇ ਜੁੰਡੀ। ਹਾਂਜੀ ਹੁਣ ਇਹ ਟਵਿੱਟਰ ਹੀ ਹੋ ਗਏ ਆ। ਬਿਲਕੁਲ ਜੀ ਬਿਲਕੁਲ। ਸੋ ਮੇਰਾ ਸਵਾਲ ਇਹ ਆ ਕਿ ਭਾਰਤ ਦੀ ਏਕਤਾ, ਅਖੰਡਤਾ, ਭਾਰਤ ਦਾ ਲੋਕਤੰਤਰ, ਧਰਮ ਨਿਰਪੱਖਤਾ ਇੰਨੀ ਕਮਜ਼ੋਰ ਆ ਵੀ ਸਿਰਫ ਇੱਕ ਟਵੀਟ ਦੇ ਨਾਲ ਹੀ ਹਿਰ ਜਾਵੇ ਜਾਂ ਸਾਨੂੰ ਇਹਦੀ ਢਹਿ ਢੇਰੀ ਹੋ ਜਾਵੇ। ਪਹਿਲੀ ਤਾਂ ਗੱਲ ਇਹ ਹੈ ਜੀ, ਜਿਵੇਂ ਤੁਸੀਂ ਕਿਹਾ ਕਿ ਟਵਿੱਟਰ ਵਾਰ, ਹਾਂਜੀ ਮੈਨੂੰ ਲੱਗਦਾ ਹੈ ਖਾਸ ਕਰਕੇ ਜਦੋਂ ਦਾ ਲਾਕਡਾਊਨ ਦਾ ਜ਼ਮਾਨਾ ਹੈ ਜੀ, ਲੋਕਾਂ ਨੂੰ ਵੈਸੇ ਥੋੜ੍ਹਾ ਜਿਹਾ ਵੱਧ ਸਮਾਂ ਮਿਲ ਗਿਆ। ਸਮਾਂ ਵੱਧ ਮਿਲ ਗਿਆ ਜੀ। ਸੋ ਉਹਦੇ ਕਰਕੇ ਵੀ ਥੋੜ੍ਹਾ ਜਿਹਾ ਇਹਦਾ ਰੁਝਾਨ ਵੱਧ ਗਿਆ ਜੀ। ਚਲੋ ਇਸ ਗੱਲ ਤੇ ਆਪਾਂ ਅਗਰ ਗੱਲ ਕਰੀਏ, ਕਿਉਂਕਿ ਦੋ ਅਹਿਮ ਪਰਸਨੈਲਿਟੀਜ਼ ਰਿਹਾਨਾ ਦੀ ਤੁਸੀਂ ਗੱਲ ਕੀਤੀ ਹੈ, ਜੀ। ਗ੍ਰੇਟਾ ਥਨਬਰਗ ਦੀ ਗੱਲ ਕੀਤੀ, ਬਿਲਕੁਲ। ਜੋ ਇੰਡੀਆ ਦੇ ਵਿੱਚ ਹੋਇਆ ਉਹਦੇ ਵਿੱਚ ਜਿਹੜੀਆਂ ਹਾਸੋਹੀਣੀਆਂ ਜਾਂ ਜਿਹੜੀਆਂ ਕੁਝ ਜ਼ਿਆਦਾ ਜਿਹੜੀਆਂ ਧਿਆਨ ਦੇਣ ਵਾਲੀਆਂ ਗੱਲਾਂ, ਇੱਕ ਤਾਂ ਹੈ ਕਿ ਭਾਰਤ ਦੀ ਜਿਹੜੀ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਹੈ, ਉਹਨਾਂ ਨੇ ਇੱਕ ਲੰਬਾ ਚੌੜਾ ਲੈਟਰ ਲਿਖ ਕੇ ਉਹਦਾ ਰਿਪਲਾਈ ਦਿੱਤਾ। ਕਿਸਾਨੀ ਅੰਦੋਲਨ ਨੂੰ ਲੈ ਕੇ ਕਦੇ ਕੁਝ ਕਹਿ ਦਿੰਦੇ ਆ ਜੀ ਕਿ ਫਲਾਨਾ ਲੀਡਰ ਜਿਹੜਾ ਵਾ ਇਹ ਦੂਜੀ ਪਾਰਟੀ ਨਾਲ ਸੰਬੰਧਿਤ ਆ, ਜਾਂ ਫਲਾਨਾ ਜਿਹੜਾ ਕੋਈ ਐਕਟਰ ਸੀ, ਜਾਂ ਦੀਪ ਸਿੱਧੂ ਦੀ ਜਿਵੇਂ ਗੱਲ ਕਰਦੇ ਆ ਤੇ ਹੈ ਹੀ ਬੀਜੇਪੀ ਦਾ ਸੀਗਾ। ਹਾਂਜੀ, ਇੱਕ ਜੋ ਇਹ ਆਲਰੇਡੀ ਮਾਹੌਲ ਬਣ ਚੁੱਕਿਆ, ਤੁਹਾਨੂੰ ਕੀ ਲੱਗਦਾ ਵੀ ਇਹਦੇ ਕੋਈ ਸਕਾਰਾਤਮਕ ਨਤੀਜੇ ਵੀ ਨਿਕਲ ਸਕਦੇ ਆ? ਦੇਖੋ ਜੀ, ਜਿੰਨੀਆਂ ਵੀ ਇਸ ਕਿਸਮ ਦੀਆਂ ਗੱਲਾਂ ਨੇ ਜੀ, ਇਹਨਾਂ ਨਾਲ ਸਕਾਰਾਤਮਕ ਜਿਹੜਾ ਪੋਜ਼ਿਟਿਵਿਟੀ ਹੈ ਉਹ ਕੁਝ ਨਹੀਂ ਹੋਣ ਲੱਗੀ ਜੀ। ਸਿਰਫ ਇਹ ਹੈ ਕਿ ਇੱਕ ਦੂਸਰੇ ਨੂੰ ਇੱਕ ਜਵਾਬ ਦੇਣ ਦੀ ਗੱਲ। ਹਾਂਜੀ, ਕਿਉਂਕਿ ਇਹ ਮੈਨੂੰ ਲੱਗਦਾ ਜਦੋਂ ਵੀ ਕਿਸੇ ਕਿਸਮ ਦਾ ਕਨਫਲਿਕਟ ਹੁੰਦਾ ਹੈ, ਹਾਂਜੀ, ਇਹ ਭਾਵੇਂ ਸਰਕਾਰ ਨਾਲ ਹੋਵੇ ਭਾਵੇਂ ਕਿਸੇ ਦੇ ਵਿੱਚ ਹੋਵੇ, ਇੱਕ ਦੂਜੇ ਤੇ ਇਸ ਤਰ੍ਹਾਂ ਦੇ ਦੋਸ਼ ਲਗਾਏ ਜਾਂਦੇ ਨੇ ਜਿਨ੍ਹਾਂ ਦੀ ਨਾ ਤਾਂ ਕੋਈ ਬੁਨਿਆਦ ਹੁੰਦੀ ਹੈ ਤੇ ਨਾ ਹੀ ਉਹਨਾਂ ਨਾਲ ਕੋਈ ਬਹੁਤਾ ਫਰਕ ਪੈਂਦਾ। ਠੀਕ ਹੈ। ਹਾਂ, ਇਹ ਗੱਲ ਠੀਕ ਹੈ ਕਿ ਅਸੀਂ ਅਗਰ ਇਸ ਅੰਦੋਲਨ ਦੇ ਪਿਛੋਕੜ ਦੇ ਵਿੱਚ ਜਾਈਏ, ਜਦੋਂ ਪਹਿਲਾਂ ਅੰਦੋਲਨ ਚੱਲਿਆ ਸੀ ਤਾਂ ਅਸੀਂ ਸਾਰੇ ਜਾਣਦੇ, ਖਾਸ ਕਰਕੇ ਪੰਜਾਬ ਦੇ ਵਿੱਚ ਕਿਸੇ ਪੋਲੀਟੀਕਲ ਪਾਰਟੀ ਦੇ ਵਿਅਕਤੀ ਨੂੰ ਉਹਨਾਂ ਦੀ ਸਟੇਜ ਤੇ ਬੋਲਣਾ ਚਾਹੀਦਾ ਸੀ। ਜੀ, ਹਾਂਜੀ। ਲੇਕਿਨ 26 ਜਨਵਰੀ ਦੀਆਂ ਘਟਨਾਵਾਂ ਤੋਂ ਬਾਅਦ ਇਹ ਥੋੜ੍ਹੀ ਜਿਹੀ ਇੱਕ ਚੇਂਜ ਆਈ ਹੈ ਕਿ ਪੋਲੀਟੀਕਲ ਪਾਰਟੀਆਂ ਦੀਆਂ ਜਿਹੜੀਆਂ ਨੇ, ਜਾਂ ਤਾਂ ਕਿਸਾਨਾਂ ਨੇ ਵੀ ਇਹ ਸਮਝਿਆ ਕਿ ਸਾਨੂੰ ਇਹਨਾਂ ਦੀ ਜ਼ਰੂਰਤ ਹੈ ਹੁਣ, ਕਿਉਂਕਿ ਸਰਕਾਰ ਸਾਡੇ ਨਾਲ ਹਰ ਕਿਸਮ ਦਾ ਧੱਕਾ ਕਰ ਰਹੀ ਹੈ ਜੀ। ਤੇ ਪੋਲੀਟੀਕਲ ਪਾਰਟੀਆਂ ਫਿਰ ਓਬਵੀਅਸਲੀ ਉਹਨਾਂ ਨੇ ਵੀ ਵੋਟਾਂ ਲੈਣੀਆਂ ਨੇ, ਉਹ ਉਹਦੇ ਵਿੱਚ ਆਪਣੀ ਇਨਵੋਲਵਮੈਂਟ ਹੋਣੀ ਸ਼ੁਰੂ ਕਰ ਦਿੱਤੀ। ਪੰਜਾਬੀ ਜਾਂ ਸਿੱਖ ਸਾਨੂੰ ਕਿੰਨਾ ਕੁ ਸਮਾਂ ਹੋਰ ਜਿਹੜੀ ਆ ਸਾਡੀ ਜਿਹੜੀ ਰਾਸ਼ਟਰੀਅਤਾ ਵਾ, ਦੇਸ਼ ਭਗਤੀ ਆ, ਇਹਦੇ ਸਬੂਤ ਕਿੰਨਾ ਕੁ ਚਿਰ ਦੇਣੇ ਪੈਣੇ? ਜਿਹੜੀ ਤੁਸੀਂ ਗੱਲ ਕਹੀ ਹੈ ਇਹਨੂੰ ਸੁਣ ਕੇ ਜਿਹੜਾ ਹੈ ਦਿਲ ਦੁਖਦਾ ਵੀ। ਬਿਲਕੁਲ। ਹਾਂਜੀ, ਲੇਕਿਨ ਫਿਰ ਜਿਸ ਗੱਲ ਤੋਂ ਧਰਵਾਸਾ ਵੱਜਦਾ ਨੇ, ਕਿਉਂਕਿ ਅਸੀਂ ਗੱਲ ਥੋੜ੍ਹੀ ਜਿਹੀ ਪੋਜ਼ਿਟਿਵ ਦੀ ਮੈਂ ਕਰਨੀ ਚਾਹੁੰਦਾ। ਬਿਲਕੁਲ। ਅਸੀਂ ਕਹਿੰਦੇ ਕਿ ਕਿਸੇ ਚੀਜ਼ ਦਾ ਬਿਜ਼ਨਸ ਨਹੀਂ ਜੀ। ਹੈ, ਇਨਸਾਨੀਅਤ ਦਾ ਵੀ ਬਿਜ਼ਨਸ ਨਹੀਂ ਹੈ। ਰਾਜਨੀਤਿਕ ਪਾਰਟੀਆਂ ਨੇ ਆਪਣੀਆਂ ਰੋਟੀਆਂ ਸੇਕਣ ਲਈ ਬਹੁਤ ਕੁਝ ਕੀਤਾ ਜੀ। ਮੇਰਾ ਖਿਆਲ, ਮੈਂ ਕਿਸੇ ਇੱਕ ਪਾਰਟੀ ਨੂੰ ਅਸੀਂ ਇਹ ਨਹੀਂ ਸਿੰਗਲ ਆਊਟ ਕਰ ਸਕਦੇ। ਇਹ ਤਾਂ ਹੋ ਸਕਦਾ ਕਿ ਇਸ ਪਾਰਟੀ ਨੇ ਥੋੜ੍ਹਾ ਘੱਟ ਕੀਤਾ ਹੈ ਤੇ ਕਿਸੇ ਨੇ ਵੱਧ ਕੀਤਾ ਹੈ, ਹਰ ਪਾਰਟੀ ਨੇ ਕੀਤਾ ਹੈ। ਔਰ ਉਹਦੇ ਵਿੱਚ ਕਈ ਵਾਰ ਇਸ ਤਰ੍ਹਾਂ ਹੋ ਜਾਂਦਾ ਕਿ ਫਿਰ ਇਹ ਇਲੈਕਸ਼ਨ ਜਾਂ ਸ਼ਾਇਦ ਪਾਵਰ ਜਿਹੜੀ ਹੈ, ਸੱਤਾ, ਤਾਕਤ, ਇਹਦਾ ਨਸ਼ਾ ਇਸ ਤਰ੍ਹਾਂ ਦਾ ਕਿ ਇਹ ਵੀ ਨਹੀਂ ਸੋਚਿਆ ਜਾਂਦਾ ਕਿ ਕਿਹਦਾ ਘਾਣ ਹੋਣਾ। ਕਈ ਵਾਰੀ ਆਪਣੇ ਦਾ ਘਾਣ ਕਰਾ ਕੇ ਤਾਂ ਉਹਨਾਂ ਦੀਆਂ ਲਾਸ਼ਾਂ ਦੇ ਢੇਰਾਂ ਤੇ ਪੈਰ ਰੱਖ ਕੇ ਵੀ ਉੱਪਰ ਚੜ੍ਹਿਆ ਜਾਂਦਾ। ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੈਲੀਵਿਜ਼ਨ, ਪੰਜਾਬੀਆਂ ਦਾ ਇੰਟਰਨੈਸ਼ਨਲ ਚੈਨਲ। ਮਨਜੀਤ ਸਿੰਘ ਫਿਰਮਨ ਵੱਲੋਂ ਆਪ ਸਭਨਾਂ ਨੂੰ ਪਿਆਰ, ਅਦਬ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ। ਪ੍ਰੋਗਰਾਮ ਐਡਮਿੰਟਨ ਡੇ ਲੈ ਕੇ ਹਾਜ਼ਰ ਹਾਂ ਜੀ। ਹਰ ਹਫ਼ਤੇ ਦੀ ਤਰ੍ਹਾਂ ਵੱਖ-ਵੱਖ ਸਥਾਨਕ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ ਉੱਪਰ ਗੱਲਬਾਤ ਕਰਨ ਦੇ ਲਈ ਸਾਡੀ ਟੀਮ ਦੇ ਅਹਿਮ ਮੈਂਬਰ ਸਰਦਾਰ ਗੁਰਿੰਦਰ ਜੀ ਪਹੁੰਚ ਚੁੱਕੇ ਹਨ। ਆਓ ਜੀ ਇਹਨਾਂ ਦਾ ਸਵਾਗਤ ਕਰਦੇ ਹਾਂ। ਭਾਜੀ ਸਤਿ ਸ਼੍ਰੀ ਅਕਾਲ। ਬਹੁਤ ਮਿਹਰਬਾਨੀ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਗੁਰਿੰਦਰ ਭਾਜੀ, ਜੇਕਰ ਆਪਾਂ ਇੰਟਰਨੈਸ਼ਨਲ ਲੈਵਲ ਦੀਆਂ ਮੇਨ ਈਵੈਂਟਸ ਦੀ ਗੱਲ ਕਰੀਏ ਮੌਜੂਦਾ ਸਮੇਂ ਦੇ ਵਿੱਚ, ਹਾਂਜੀ, ਸਭ ਤੋਂ ਅਹਿਮ ਹੈ ਜੀ ਕੋਵਿਡ। ਬਿਲਕੁਲ ਜੀ। ਤੇ ਵੈਕਸੀਨੇਸ਼ਨ। ਹਾਂਜੀ। ਜੇਕਰ ਗੱਲ ਕਰਨੀ ਹੋਵੇ ਇੰਡੀਆ ਦੀ, ਭਾਰਤ ਦੀ, ਤੇ ਉੱਥੇ ਸਭ ਤੋਂ ਇਸ ਵੇਲੇ ਅਹਿਮ ਜਿਹੜੀ ਗੱਲਬਾਤ ਆ ਉਹ ਹੈਗੀ ਕਿਸਾਨੀ ਸੰਘਰਸ਼ ਦੀ। ਹਾਂਜੀ, ਕਿਸਾਨੀ ਅੰਦੋਲਨ ਦੀ। ਬਿਲਕੁਲ ਜੀ। ਪਰ ਜੋ ਮੌਜੂਦਾ ਹਾਲਾਤ ਨੇ
ਸਾਡੇ ਭਾਰਤ ਦੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ, ਹਾਂਜੀ ਉਹਨਾਂ ਵੱਲੋਂ ਕਿਹਾ ਜਾ ਰਿਹਾ ਵੀ ਸਰਕਾਰ ਸਿਰਫ ਇੱਕ ਫੋਨ ਕਾਲ ਦੀ ਦੂਰੀ ਤੇ ਹੈ। ਹਾਂਜੀ ਭਾਵੇਂ ਗੱਲਬਾਤ ਜਿਹੜੀ ਆ ਉਹ ਟਿਕਰੀ ਬਾਰਡਰ ਦੀ ਹੋਵੇ, ਸਿੰਘੂ ਬਾਰਡਰ ਦੀ ਹੋਵੇ ਜਾਂ ਗਾਜ਼ੀਪੁਰ ਦੀ ਗੱਲ ਕਰ ਲਈਏ, ਹਾਂਜੀ ਇਹਨਾਂ ਸਾਰੇ ਬਾਰਡਰਾਂ ਦੇ ਉੱਪਰ ਪਿਛਲੇ ਕੁਝ ਦਿਨਾਂ ਵਿੱਚ ਜਿਸ ਤਰੀਕੇ ਨਾਲ ਤਾਰਬੰਦੀ ਕੀਤੀ ਗਈ, ਕਿਲ੍ਹਾਬੰਦੀ ਕੀਤੀ ਗਈ, ਸੀਲ ਕਰ ਦਿੱਤੇ ਗਏ ਬਾਰਡਰ, ਹਾਂਜੀ ਇਦਾਂ ਲੱਗਦਾ ਵੀ ਜਿੱਦਾਂ ਭਾਰਤ ਦੀਆਂ ਸਰਹੱਦਾਂ ਹੁੰਦੀਆਂ ਨੇ। ਬਿਲਕੁਲ ਜੀ। ਸੋ ਇਹ ਜਿਹੜਾ ਕਿਸਾਨੀ ਸੰਘਰਸ਼ ਆ ਇਹ ਕਿਹੜੇ ਪਾਸੇ ਨੂੰ ਤੁਰ ਪਿਆ ਜੀ? ਜਿਵੇਂ ਤੁਸੀਂ ਦੱਸਿਆ ਜੀ ਕਿ ਪ੍ਰਧਾਨ ਮੰਤਰੀ ਮੋਦੀ ਨੇ ਇਹ ਜਿਹੜਾ ਉਹਨਾਂ ਦੀ ਸਟੇਟਮੈਂਟ ਹੈ ਕਿ ਮੈਂ ਇੱਕ ਫੋਨ ਕਾਲ ਅਵੇ ਹਾਂ ਜੀ, ਉਹਨਾਂ ਨੇ 2 ਵੱਖ-ਵੱਖ ਪਲੇਟਫਾਰਮਾਂ ਤੇ ਇਹ ਗੱਲ ਕੀਤੀ ਹੈ। ਲੇਕਿਨ ਉਸ ਦੇ ਨਾਲ ਹੀ ਗੱਲ ਤਾਂ ਉਹਨਾਂ ਨੇ ਇਹ ਕੀਤੀ ਹੈ, ਲੇਕਿਨ ਜਿਹੜਾ ਉਹਨਾਂ ਨੇ ਫਿਰ ਬਾਅਦ ਦੇ ਵਿੱਚ ਇਸ ਦੇ ਉਲਟ ਜੋ ਕੁਝ ਕੀਤਾ ਹੈ, ਜਿਹਦੇ ਵਿੱਚ ਤੁਸੀਂ ਜਿਵੇਂ ਦੱਸਿਆ ਤਾਰਾਂ ਲਗਾਈਆਂ ਨੇ, ਨੇਲਸ ਲਗਾਈਆਂ ਨੇ, ਸੜਕ ਨੂੰ ਪੱਟਿਆ ਗਿਆ, ਬਹੁਤ ਕੁਝ ਕੀਤਾ ਗਿਆ। ਮੇਰੇ ਖਿਆਲ ਅਸੀਂ ਵੇਖ ਹੀ ਰਹੇ ਹਾਂ ਪਿਛਲੇ। ਮੈਨੂੰ ਲੱਗਦਾ ਆਪਾਂ ਜਿੱਦਾਂ ਕਹਿੰਦੇ ਨੇ ਨਾ ਕਹਿਣੀ ਤੇ ਕਥਨੀ ਵਿੱਚ ਫਰਕ, ਹਾਂਜੀ ਉਹ ਫਰਕ ਪ੍ਰਤੱਖ ਦਿਖ ਰਿਹਾ। ਹਾਂਜੀ ਫਰਕ ਨਾਲ ਵੀ ਇਹ ਹੈ ਕਿ ਇੱਕ ਸਟੇਟਮੈਂਟ ਦੇ ਤੌਰ ਤੇ ਉਹਨਾਂ ਨੇ ਸਟੇਟਮੈਂਟ ਦਿੱਤੀ ਹੈ, ਲੇਕਿਨ ਇੰਜ ਲੱਗਦਾ ਹੈ ਕਿ ਐਕਟ ਉਸ ਤੋਂ ਉਲਟ ਕਰ ਰਹੇ ਨੇ। ਜੀ ਬਿਲਕੁਲ। ਹਾਂਜੀ, ਸ਼ਾਇਦ ਕਿਸਾਨਾਂ ਦੇ ਦਿਮਾਗ ਦੇ ਵਿੱਚ ਕੋਈ ਡਰ ਪਾਉਣ ਦਾ ਯਤਨ ਕਰ ਰਹੇ ਨੇ, ਜਾਂ ਫਿਰ ਜਿਹੜੇ ਆਮ ਲੋਕ ਨੇ ਜਿਹੜੇ ਇਸ ਅੰਦੋਲਨ ਦੇ ਵਿੱਚ ਸ਼ਾਮਲ ਤਾਂ ਨਹੀਂ ਪਰ ਉਹਨਾਂ ਨੂੰ ਇਹ ਪ੍ਰਭਾਵ ਦੇਣ ਦਾ ਯਤਨ ਕਰ ਰਹੇ ਨੇ ਕਿ ਇਹ ਜਿਹੜੇ ਲੋਕ ਇੱਥੇ ਬੈਠੇ ਨੇ ਤਾਂ ਸਾਨੂੰ ਖਤਰਾ ਜਾਂ ਦੇਸ਼ ਨੂੰ ਖਤਰਾ ਹੋ ਸਕਦਾ। ਪਤਾ ਨਹੀਂ ਉਹਨਾਂ ਦੀ ਕੀ ਮਨਸ਼ਾ ਹੋਵੇ ਜੀ। ਇਹ ਇੱਕ ਆਉਣ ਵਾਲਾ ਸਮਾਂ ਦੱਸੇਗਾ ਜਾਂ ਇਹ ਉਹਨਾਂ ਦੀ ਸੋਚ ਦੱਸ ਸਕਦੀ ਹੈ ਜੀ ਕਿ ਇਹਦਾ ਕੀ ਕਾਰਨ ਹੈ। ਰਹੀ ਗੱਲ ਕਿ ਕਿਸਾਨ ਅੰਦੋਲਨ ਕਿੱਧਰ ਨੂੰ ਜਾ ਰਿਹਾ ਹੈ, ਇਹਦੇ ਬਾਰੇ ਜਿਹੜਾ ਪ੍ਰਪੱਕਤਾ ਦੇ ਨਾਲ ਤਾਂ ਸਮਾਂ ਦੱਸੇਗਾ ਜੀ ਕੀ ਹੋਏਗਾ। ਬਿਲਕੁਲ। ਲੇਕਿਨ ਕੁਝ ਇਸ ਤਰ੍ਹਾਂ ਦੇ ਅੰਦਾਜ਼ੇ ਲਗਾਏ ਜਾ ਸਕਦੇ ਨੇ, ਕਿਉਂਕਿ ਜੇ ਅਸੀਂ ਇਸ ਦੇ ਪਿਛੋਕੜ ਵੱਲ ਜਾਈਏ ਤੇ ਕਿਸਾਨ ਅੰਦੋਲਨ ਦੇ ਨਾਲ ਇੱਕ ਹੋਰ ਮੁੱਦਾ ਜੁੜਿਆ ਹੋਇਆ ਹੈ MSP ਦਾ। ਬਿਲਕੁਲ। ਇਸ ਦੇ ਨਾਲ ਹੋਰ ਵੀ 1-2 ਚੀਜ਼ਾਂ ਸਨ ਜਿਹਦੇ ਵਿੱਚ ਮੁਫਤ ਬਿਜਲੀ ਦੀ ਗੱਲ ਸੀ, ਇਸ ਦੇ ਨਾਲ ਪਰਾਲੀ ਨੂੰ ਜਲਾਉਣ ਦੀ ਗੱਲ ਸੀ। ਸੋ ਇਦਾਂ ਦੇ ਛੋਟੇ-ਛੋਟੇ ਮੁੱਦੇ ਵੀ ਸਨ। ਬਿਲਕੁਲ। ਇਹ ਕਿਸਾਨ ਅਸੀਂ ਅਕਸਰ ਮੀਡੀਆ 'ਚ ਸੁਣਦੇ 2 ਮਹੀਨੇ ਤੋਂ ਵੱਧ ਸਮਾਂ ਹੋ ਗਿਆ, ਲੇਕਿਨ ਅਗਰ ਅਸੀਂ ਪੰਜਾਬ ਦੀ ਗੱਲ ਕਰਦੇ ਤਾਂ 6 ਮਹੀਨੇ ਤੋਂ ਵੱਧ ਸਮਾਂ ਹੋ ਗਿਆ ਜੀ। ਟ੍ਰੇਨਾਂ ਰੋਕਦਿਆਂ ਨੂੰ, ਸੜਕਾਂ ਰੋਕਦਿਆਂ ਨੂੰ, ਫਿਰ ਸ਼ੰਭੂ ਬਾਰਡਰ ਤੇ ਫਿਰ ਦਿੱਲੀ ਦੇ ਬਾਰਡਰ ਤੇ ਜੀ। ਨੈਸ਼ਨਲ ਅਟੈਂਸ਼ਨ ਤੇ ਇੰਟਰਨੈਸ਼ਨਲ ਅਟੈਂਸ਼ਨ ਜਿਹੜੀ ਇਸ ਅੰਦੋਲਨ ਦੀ ਹੈ ਉਹ ਪਿਛਲੇ ਤਕਰੀਬਨ 1.5 ਮਹੀਨੇ ਤੋਂ ਬਣੀ ਹੈ। ਹਾਂਜੀ। ਉਸ ਦੇ ਨਾਲ ਇੱਕ ਗੱਲ ਜਿਹੜੀ ਹੈ ਕਿ ਜਦੋਂ ਵੀ ਕਦੀ ਕਿਸੇ ਮੁੱਦੇ ਨੂੰ ਲੈ ਕੇ ਅੰਦੋਲਨ ਹੁੰਦਾ ਹੈ ਨਾ, ਹਾਂਜੀ, ਤੇ ਨੈਚੁਰਲੀ ਕੋਈ ਲੀਡਰਸ਼ਿਪ ਜਿਹੜੀ ਹੈ ਉਹ ਉਸ ਜਨ ਸਮੂਹ ਨੂੰ ਲਾਮਬੰਦ ਕਰਦੀ ਹੈ ਤੇ ਜਿਹੜੇ ਫਿਰ ਉਹ ਆਪਣਾ ਸੰਘਰਸ਼ ਜਿਹੜਾ ਹੈ ਉਹ ਵੱਖ-ਵੱਖ ਦੌਰ ਦੇ ਵਿੱਚੋਂ ਹੁੰਦਾ ਹੋਇਆ ਅੱਗੇ ਵੱਧਦਾ ਹੈ ਜੀ। ਤੇ ਅਸੀਂ ਇਹ ਵੀ ਜਾਣਦੇ ਹਾਂ ਕਿ ਖਾਸ ਕਰਕੇ ਕਿਸਾਨਾਂ ਦੀ ਅਗਰ ਮੈਂ ਗੱਲ ਕਰਾਂ, ਕਿਉਂਕਿ ਕਿਸਾਨਾਂ ਦੇ ਵਿੱਚ ਇਹ ਠੀਕ ਹੈ ਕਿ ਜਿਹੜੇ ਕਿਸਾਨ ਨੇ ਉਹ ਆਪਣੇ ਇਲਾਕੇ ਦੇ ਜਾਂ ਕਿਸੇ ਨਾ ਕਿਸੇ ਤਰ੍ਹਾਂ ਆਪਣੀ ਸਾਂਝੀ ਸੋਚ ਵਾਲੇ ਬੰਦਿਆਂ ਦੇ, ਕਿਉਂਕਿ ਅਗਰ ਅਸੀਂ ਪੰਜਾਬ ਦੀ ਗੱਲ ਕਰੀਏ 30 ਤੋਂ ਵੱਧ ਕਿਸਾਨ ਜਥੇਬੰਦੀਆਂ ਨੇ ਜੀ। ਹਾਂਜੀ। ਉਹ ਕੋਈ ਲੋਕ ਇਸ ਤਰ੍ਹਾਂ ਦੇ ਨਹੀਂ ਜਿਨ੍ਹਾਂ ਨੇ ਵਿੱਚ ਕਦੀ ਕੋਈ ਪੋਲੀਟੀਕਲ ਇਲੈਕਸ਼ਨ ਹੋ ਸਕਦਾ, ਕਦੀ ਇੱਕ ਅੱਧੇ ਨੇ ਲੜੀ ਹੋਵੇ, ਮੈਨੂੰ ਪਤਾ ਨਹੀਂ, ਲੇਕਿਨ ਕੋਈ ਪੋਲੀਟਿਕਸ ਵਾਲੇ ਬੰਦੇ ਨਹੀਂ ਹੈਗੇ, ਸਿਰਫ ਕਿਸਾਨਾਂ ਦੇ ਨਾਲ ਸੰਬੰਧਿਤ ਮੁੱਦਿਆਂ ਨਾਲ ਸੰਘਰਸ਼ ਕਰਦੇ ਆਏ ਨੇ ਜੀ। ਹਾਂਜੀ। ਸੋ ਉਹਨਾਂ ਲਈ ਵੀ ਇੱਕ ਸ਼ਾਇਦ ਇੱਕ ਵੱਖਰੀ ਕਿਸਮ ਦਾ ਐਕਸਪੋਜ਼ਰ ਹੈ ਜਿੰਨਾ ਇਸ ਅੰਦੋਲਨ ਦਾ ਦਾਇਰਾ ਵੱਡਾ ਹੋ ਚੁੱਕਿਆ। ਬਿਲਕੁਲ। ਹਾਂਜੀ। ਲੇਕਿਨ ਇੱਕ ਚੀਜ਼ ਹੈ ਕਿ ਆਮ ਵਿਅਕਤੀ ਨਾਲੋਂ ਉਹਨਾਂ ਨੂੰ ਇਹਦੀ ਸੂਝ-ਬੂਝ ਜ਼ਿਆਦਾ ਹੈ। ਇਹ ਕਾਰਨ ਇਹ ਸਾਨੂੰ ਇਸ ਗੱਲ ਤੋਂ ਪਤਾ ਲੱਗਦਾ ਹੈ ਕਿ 26 ਜਨਵਰੀ ਤੋਂ ਪਹਿਲਾਂ ਅਗਰ ਦੇਖੀਏ ਤੇ ਇਹ ਅੰਦੋਲਨ ਬਹੁਤ ਹੀ ਡਿਸਪਲਿਨਡ, ਵੈਲ ਆਰਗੇਨਾਈਜ਼ਡ ਤੇ ਸ਼ਾਂਤਮਈ ਰਿਹਾ ਜੀ। ਉਸ 26 ਜਨਵਰੀ ਨੂੰ ਜੋ ਘਟਨਾ ਹੋਈ ਉਸ ਤੋਂ ਬਾਅਦ ਵੀ ਇਹ ਅੰਦੋਲਨ ਹੁਣ ਤੱਕ, ਅਗਰ ਅਸੀਂ ਕੱਲ੍ਹ ਦੇ ਆਪਣੇ ਜਿਹੜਾ ਚੱਕਾ ਜਾਮ ਸੀ ਉਹਦੀ ਗੱਲ ਕਰੀਏ, ਉਹਦੇ ਵਿੱਚ ਵੀ ਵੈਲ ਆਰਗੇਨਾਈਜ਼ਡ ਰਿਹਾ। ਬਿਲਕੁਲ। ਹਾਂਜੀ। ਹੁਣ ਗੱਲ ਇਹ ਹੈ ਕਿ ਇਹ ਅੰਦੋਲਨ ਜਾ ਕਿੱਧਰ ਨੂੰ ਸਕਦਾ ਹੈ। ਮੇਰੀ ਆਪਣੀ ਸਮਝ ਇਹ ਕਹਿੰਦੀ ਹੈ ਕਿ ਭਾਵੇਂ ਅਸੀਂ ਇਹ ਗੱਲ ਕਹਿੰਦੇ ਹਾਂ, ਕਿਉਂਕਿ ਸਰਕਾਰ ਵੀ ਕਹਿੰਦੀ ਸੀ ਅਸੀਂ ਕੁਝ ਮੰਗਾਂ ਮੰਨ ਲਈਆਂ ਨੇ, ਜਿਵੇਂ ਦੱਸਿਆ ਕਿ ਛੋਟੀਆਂ ਮੰਗਾਂ ਸਨ, ਉਹਨਾਂ ਨੇ ਪਰਾਲੀ ਵਾਲੀ ਗੱਲ ਅਸੀਂ ਮੰਨ ਲਈ ਹੈ ਜੀ, ਅਸੀਂ ਬਿਜਲੀ ਵਾਲੀ ਗੱਲ ਮੰਨ ਲਈ ਹੈ। ਈਵਨ ਉਹਨਾਂ ਨੇ ਵੀ ਕਹਿਤਾ ਸੀਗਾ ਵੀ ਚਲੋ ਅਸੀਂ 2 ਸਾਲ ਸਸਪੈਂਡ ਕਰ ਦਿੰਦੇ ਆ, ਅਸੀਂ 2 ਸਾਲ ਅਪੀਲ ਨਹੀਂ ਕਰਾਂਗੇ। ਹਾਂਜੀ, ਉਹਨਾਂ ਨੇ 1.5 ਸਾਲ ਕਿਹਾ ਸੀ। ਲੇਕਿਨ ਇਹ ਜਿਹੜਾ ਤੁਸੀਂ ਕਿਹਾ ਨਾ ਕਿ ਜਿਹੜੀ ਅਸੀਂ ਲਾਅ ਜਿਹੜੇ ਆ ਅਸੀਂ ਸਸਪੈਂਡ ਕਰ ਦਿੰਦੇ ਆ ਜੀ, ਤੇ ਨਾਲ ਉਹਨੇ ਇਹ ਕਿਹਾ ਸੀ ਕਿ ਅਸੀਂ ਇੱਕ ਕਮੇਟੀ ਜਿਹਨਾਂ ਦੇ ਵਿੱਚ ਕਿਸਾਨਾਂ ਦੇ ਨੁਮਾਇੰਦੇ ਵੀ ਹੋਣਗੇ, ਸਾਡੇ ਵੀ ਹੋਣਗੇ, ਤੇ ਫਿਰ ਉਹ ਜੋ ਫੈਸਲਾ ਕਰੇਗੀ ਉਹਦੇ ਬਾਰੇ ਅਸੀਂ ਸੋਚਾਂਗੇ। ਸੋ ਇਸ ਵਿਸ਼ੇ ਤੇ ਮੇਰੀ ਜਿਹੜੀ ਆਪਣੀ ਸਮਝ ਹੈ ਕਿ ਮੁੱਦਾ ਅਗਰ ਅਸੀਂ ਕਿਸਾਨ ਅੰਦੋਲਨ ਦੀ ਗੱਲ ਕਰੀਏ, ਮਕਸਦ ਇਹ ਹੈ ਕਿ ਇਹ ਜਿਹੜੇ ਲਾਅ ਨੇ ਇਹ ਕਾਨੂੰਨ ਦੇ ਵਿੱਚ ਇਹ ਰੁਕ ਜਾਣ, ਇਹ ਰਿਪੀਲ ਹੋ ਜਾਣ, ਇਹ ਵਾਪਸ ਲਏ ਜਾਣ ਜੀ।
ਲੇਕਿਨ ਅਗਰ ਅਸੀਂ ਦੂਜੇ ਪਾਸੇ ਨੂੰ ਸੰਜੀਦਗੀ ਨਾਲ ਵਿਚਾਰਦੇ ਹਾਂ ਤੇ ਇਹ ਇੱਕ ਉਹ ਸਰਕਾਰ ਹੈ, ਨਾ ਸਿਰਫ ਇਹ ਮੈਜੋਰਟੀ ਸਰਕਾਰ ਹੈ, ਇਹ ਮੁਤਸਬੀ ਸਰਕਾਰ ਵੀ ਹੈ। ਬਿਲਕੁਲ। ਇਹ ਜਿਹਨਾਂ ਮੁੱਦਿਆਂ ਨੂੰ ਲੈ ਕੇ ਇਹ ਸਰਕਾਰ ਬਣੀ ਹੈ ਉਹਦੇ ਵਿੱਚ ਲੋਕਾਂ ਦੀਆਂ ਜੋ ਧਾਰਮਿਕ ਭਾਵਨਾਵਾਂ ਨੇ ਉਹਨਾਂ ਨੂੰ ਭੜਕਾ ਕੇ ਵੋਟਾਂ ਲਈਆਂ ਗਈਆਂ ਨੇ। ਬਿਲਕੁਲ ਜੀ, ਮੈਂ ਹੋਰ ਵੀ ਅਗਰ ਜ਼ਿਕਰ ਕਰਾਂ ਤੇ ਕਾਫੀ ਇਦਾਂ ਦੇ ਮੁੱਦੇ ਨੇ ਜਿਨ੍ਹਾਂ ਦੇ ਉੱਪਰ ਇਹਨਾਂ ਨੇ ਆਪਣੀ ਅਡਿਗਤਾ ਦਿਖਾਈ ਹੈ। ਚਾਹੇ ਗੱਲ ਕਰ ਲਓ ਤੁਸੀਂ ਧਾਰਾ 370 ਦੀ ਗੱਲ ਕਰ ਲਓ, ਰਾਮ ਮੰਦਿਰ ਦੀ ਗੱਲ ਕਰ ਲਓ, ਹਾਂਜੀ ਹਾਂਜੀ, ਨੋਟਬੰਦੀ ਦੀ ਗੱਲ ਕਰ ਲਓ, GST ਦੀ ਗੱਲ ਕਰ ਲਓ, ਬਹੁਤ ਸਾਰੇ ਇਸ ਤਰ੍ਹਾਂ ਦੇ। ਅਗਰ ਅਸੀਂ ਇਸ ਸਰਕਾਰ, ਕਿਉਂਕਿ ਜਦੋਂ ਅਸੀਂ ਜਿਹੜਾ ਅੰਦੋਲਨ ਹੈ ਸਰਕਾਰ ਤੇ ਕਿਸਾਨਾਂ ਦੇ ਵਿੱਚ ਹੈ, ਸਾਨੂੰ ਇਹ ਦੇਖਣਾ ਪੈਂਦਾ ਕਿ ਕਿਹਦੀ ਸਟਰੈਂਥ ਕਿੰਨੀ ਹੈ, ਸਰਕਾਰ ਦੀ ਸਟਰੈਂਥ ਕੀ ਹੈ ਜੀ। ਸਰਕਾਰ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਇਹ ਹੈ ਕਿ ਉਹ ਕਦੀ ਅੱਜ ਤੱਕ ਦੂਜੀ ਟਰਮ ਰੂਲ ਕਰ ਰਹੇ ਨੇ। ਉਹ ਕਹਿੰਦੇ ਨੇ ਕਿ ਅਸੀਂ ਤੇ ਟਸ ਤੋਂ ਮਸ ਨਹੀਂ ਹੋਏ। ਬਿਲਕੁਲ। ਤੇ ਪਹਿਲੇ 6 ਮਹੀਨੇ ਹੋਇਆ ਵੀ ਇਹੋ ਟਸ ਤੋਂ ਮਸ ਵੀ ਨਹੀਂ ਸਨ। ਜਿਵੇਂ ਅਸੀਂ ਕਹਿੰਦੇ ਪੰਜਾਬੀ 'ਚ ਇਹਨਾਂ ਦੇ ਕੰਨ ਤੇ ਜੂੰ ਵੀ ਨਹੀਂ ਸਰਕ ਰਹੀ ਸੀ। ਮੈਨੂੰ ਤਾਂ ਲੱਗਦਾ ਜੀ ਪ੍ਰਧਾਨ ਮੰਤਰੀ ਜੀ ਨੇ ਕਿਸਾਨਾਂ ਦੇ ਸਬੰਧ 'ਚ ਸਟੇਟਮੈਂਟ ਪਹਿਲੀ ਵਾਰ ਦਿੱਤੀ, ਪਹਿਲੀ ਵਾਰ ਸਟੇਟਮੈਂਟ ਦਿੱਤੀ ਹੈ ਜੀ। ਬਿਲਕੁਲ, ਉਹਨਾਂ ਨੇ ਪਹਿਲੀ ਵਾਰ ਸਟੇਟਮੈਂਟ ਦਿੱਤੀ ਹੈ। ਸੋ ਕਮਿੰਗ ਬੈਕ ਕਿ ਇਹਦੇ ਵਿੱਚ ਕੀ ਹੋ ਸਕਦਾ ਹੈ, ਮੇਰੀ ਆਪਣੀ ਸਮਝ ਇਹ ਕਹਿੰਦੀ ਹੈ ਕਿ ਜਦੋਂ ਗੌਰਮੈਂਟ ਇਹ ਕਹਿੰਦੀ ਹੈ ਕਿ ਅਸੀਂ 1.5 ਸਾਲ ਇਹ ਕਾਨੂੰਨ ਜਿਹੜੇ ਨੇ ਉਹ ਵਾਪਸ ਲੈ ਸਕਦੇ, ਕਮੇਟੀ ਬਣਾਓ, ਤਾਂ ਮੈਨੂੰ ਲੱਗਦਾ ਹੈ ਕਿ ਅਗਰ ਉਹ 1.5 ਕਹਿੰਦੇ ਤੇ 2.5-3 ਸਾਲ ਇਹ ਆਰਾਮ ਨਾਲ ਮੰਨ ਜਾਣਗੇ ਜੀ। ਠੀਕ ਹੈ ਜੀ। ਅਗਰ ਸਰਕਾਰ 2.5-3 ਸਾਲ ਲਈ ਇਹਨਾਂ ਕਾਨੂੰਨਾਂ ਨੂੰ ਰੋਕਣ ਲਈ ਸਹਿਮਤ ਹੋ ਜਾਂਦੀ ਹੈ, ਕਮੇਟੀ ਬਣ ਜਾਂਦੀ ਹੈ, ਲੇਕਿਨ ਉਸ ਦੇ ਨਾਲ ਨਾਲ ਇਹ ਇੰਪੋਰਟੈਂਟ ਹੈ ਜੋ ਮੈਂ ਕਹਿ ਰਿਹਾ, ਅਗਰ MSP ਤੇ ਕਿਸੇ ਕਿਸਮ ਦਾ ਕੋਈ ਲਾਅ ਬਣ ਸਕੇ ਜਾਂ ਗਰੰਟੀ ਲੈ ਸਕੇ ਤੇ ਮੇਰੇ ਖਿਆਲ ਨਾਲ ਇਸ ਅੰਦੋਲਨ ਦੀ ਵੱਡੀ ਅਚੀਵਮੈਂਟ ਹੋਏਗੀ। ਸ਼ਾਇਦ ਇਸ ਗੱਲ ਤੇ ਇਹ ਅੰਦੋਲਨ ਇਸ ਵੇਲੇ ਸਮਾਪਤ ਵੀ ਹੋ ਸਕਦਾ ਹੈ, ਇਹ ਮੇਰਾ ਮੰਨਣਾ ਹੈ। ਬਿਲਕੁਲ, ਹਾਂਜੀ। ਤੇ ਭਾਜੀ ਤੁਸੀਂ ਗੱਲ ਕੀਤੀ ਸੀਗੀ 26 ਜਨਵਰੀ ਦੇ ਐਪੀਸੋਡਸ ਦੀ। ਹਾਂਜੀ, 26 ਜਨਵਰੀ ਤੋਂ ਬਾਅਦ ਜੋ ਖਾਸ ਕਰਕੇ ਬਦਲਾਵ ਆਏ ਨੇ ਕਿਸਾਨੀ ਸੰਘਰਸ਼ ਨੂੰ ਲੈ ਕੇ, ਬਿਲਕੁਲ, ਤੁਹਾਨੂੰ ਲੱਗਦਾ ਵੀ ਇਹਦਾ ਜਿਹੜਾ ਪ੍ਰਭਾਵ ਆ, ਇਹਦੀਆਂ ਜਿਹੜੀਆਂ ਇੰਪਲੀਕੇਸ਼ਨਸ ਨੇ ਉਹ ਸਿੱਖ ਪੋਲਿਟਿਕਸ ਦੇ ਉੱਪਰ ਜਾਂ ਜਿਹੜੀ ਸਿੱਖ ਕਮਿਊਨਿਟੀ ਆ, ਭਾਵੇਂ ਉਹ ਭਾਰਤ ਦੇ ਵਿੱਚ ਹੋਵੇ ਜਾਂ ਭਾਰਤ ਤੋਂ ਬਾਹਰ ਅਬਰੋਡ, ਹਾਂਜੀ, ਇਹਨਾਂ ਦੇ ਉੱਪਰ ਕੋਈ ਇਹਦਾ ਕਿਸੇ ਤਰ੍ਹਾਂ ਦਾ ਸਕਾਰਾਤਮਕ ਜਾਂ ਨਕਾਰਾਤਮਕ ਪ੍ਰਭਾਵ ਪੈ ਸਕਦਾ ਹੈ? ਦੇਖੋ ਜੀ, ਬਿਨਾਂ ਸ਼ੱਕ, ਕਿਉਂਕਿ ਇਹ ਅੰਦੋਲਨ 26 ਜਨਵਰੀ ਤੋਂ ਬਾਅਦ ਅਸੀਂ ਉਸ ਇਨਸੀਡੈਂਟ ਨੂੰ ਸਾਰੇ ਜਾਣਦੇ, ਜਦੋਂ ਇੱਕ ਵਾਰ ਲੱਗਿਆ ਸੀ ਕਿ ਅੰਦੋਲਨ ਸ਼ਾਇਦ ਸਮਾਪਤੀ ਵੱਲ ਹੈ ਜਾਂ ਦਮ ਤੋੜ ਰਿਹਾ। ਇਵਨ ਜਿਹੜਾ ਸੋ ਕਾਲਡ ਗੋਦੀ ਮੀਡੀਆ ਹੈ ਉਹਨਾਂ ਨੇ ਤਾਂ ਇਹ ਵੀ ਕਹਿ ਦਿੱਤਾ ਸੀ ਕਿ ਆਲਮੋਸਟ ਕਿ ਖਤਮ ਹੈ ਅੰਦੋਲਨ। ਲੇਕਿਨ ਫਿਰ ਜਿਹੜਾ ਇਨਸੀਡੈਂਟ ਹੋਇਆ ਟਕੈਤ ਸਾਹਿਬ ਦੇ ਅਥਰੂ, ਉਹ ਸਾਰਾ ਕੁਝ, ਉਸ ਤੋਂ ਬਾਅਦ ਜੋ ਵੀ ਅੰਦੋਲਨ ਹੋਇਆ, ਜੋ ਵੀ ਹੁਣ ਚੱਲ ਰਿਹਾ ਜੀ, ਉਸ ਤੋਂ ਬਾਅਦ ਅੰਦੋਲਨ ਦੇ ਵਿੱਚ ਇੱਕ ਨਵੀਂ ਜਿਹੜੀ ਸ਼ਕਤੀ ਹੈ। ਲੇਕਿਨ ਉਸ ਤੋਂ ਪਿੱਛੇ ਦੀ ਅਗਰ ਗੱਲ ਕਰੀਏ ਤਾਂ ਇਸ ਅੰਦੋਲਨ ਨੂੰ ਸ਼ੁਰੂ ਕਰਨ ਵਿੱਚ, ਇਸ ਅੰਦੋਲਨ ਨੂੰ ਦਿੱਲੀ ਤੱਕ ਲੈ ਕੇ ਆਉਣ ਤੱਕ ਇਹ ਪੰਜਾਬ ਤੇ ਪੰਜਾਬੀ ਇਹਦੇ ਵਿੱਚ ਮੋਹਰੇ ਰਹੇ ਨੇ। ਬਿਲਕੁਲ। ਔਰ ਬਿਨਾਂ ਸ਼ੱਕ ਪੰਜਾਬ ਦੀ ਜਿਹੜੀ ਖੇਤੀ ਉਹਦੇ ਵਿੱਚ ਸਿੱਖ ਨੇ ਜੀ, ਜੱਟ ਨੇ, ਸਿੱਖ ਨੇ ਜੀ। ਔਰ ਅਸੀਂ ਸਾਰੇ ਜਾਣਦੇ, ਅਸੀਂ ਕੈਨੇਡਾ ਵਿੱਚ ਬੈਠੇ ਜਾਣਦੇ, ਕੈਨੇਡਾ ਦੇ ਵਿੱਚ, ਅਮਰੀਕਾ ਦੇ ਵਿੱਚ, ਜਿੱਥੇ ਜਿੱਥੇ ਵੀ ਬਹੁ ਗਿਣਤੀ ਦੇ ਵਿੱਚ ਪੰਜਾਬ ਦੇ ਖਾਸ ਕਰਕੇ ਕਿਸਾਨੀ ਨਾਲ ਸੰਬੰਧਿਤ ਲੋਕ ਨੇ, ਉਹਨਾਂ ਦੀ ਬੜੀ ਜ਼ਬਰਦਸਤ ਸਪੋਰਟ ਰਹੀ ਹੈ। ਬਿਲਕੁਲ। ਲੇਕਿਨ 26 ਜਨਵਰੀ ਦੀਆਂ ਜਿਹੜੀਆਂ ਘਟਨਾਵਾਂ ਨੇ ਉਹਨਾਂ ਦੇ ਵਿੱਚ ਇੱਕ ਅਜੀਬ ਕਿਸਮ ਦੀ ਬਹਿਸ, ਅਗਰ ਕਿਉਂਕਿ ਅਸੀਂ ਗੱਲ ਸਿੱਖਾਂ ਦੀ ਕਰ ਰਹੇ ਹਾਂ, ਸਿੱਖ ਕਮਿਊਨਿਟੀ ਦੇ ਵਿੱਚ ਇੱਕ ਅਜੀਬ ਕਿਸਮ ਦੀ ਬਹਿਸ ਜਿਹੜੀ ਹੈ, ਵੱਖਰੀ ਕਿਸਮ ਦੀ ਬਹਿਸ ਛਿੜੀ ਹੈ, ਜਿਹਦੇ ਵਿੱਚ ਇੱਕ ਦੂਜੇ ਨੂੰ ਇਹ ਕਿਹਾ ਜਾਂਦਾ ਹੈ ਕਿ ਤੁਸੀਂ, ਇੱਕ ਧਿਰ ਕਹਿ ਰਹੀ ਹੈ ਕਿ ਤੁਸੀਂ ਕਿਸਾਨੀ ਅੰਦੋਲਨ ਦੀ ਆੜ ਦੇ ਵਿੱਚ ਆਪਣੇ ਧਾਰਮਿਕ ਮੁੱਦੇ ਜਿਹੜੇ ਨੇ ਉਹ ਮੂਹਰੇ ਰੱਖ ਰਹੇ ਸੀ ਜੀ, ਤੇ ਦੂਜੀ ਧਿਰ ਇਹ ਕਹਿ ਰਹੀ ਹੈ ਕਿ ਤੁਸੀਂ ਜੀ ਖੱਬੇ ਪੱਖੀ ਹੋ, ਰਾਜਨੀਤਿਕ ਮੁੱਦੇ। ਸੋ ਮਤਲਬ ਇਹ ਹੈ ਕਿ ਇੱਕ ਦੂਜੇ ਨੂੰ 180 ਡਿਗਰੀ ਤੇ ਦੋਨੇ ਦੱਸ ਰਹੇ ਨੇ ਜੀ। ਲੇਕਿਨ ਅਗਰ ਇਸ ਨੂੰ ਥੋੜ੍ਹਾ ਜਿਹਾ ਗੰਭੀਰਤਾ ਦੇ ਨਾਲ ਵਿਚਾਰੀਏ ਤੇ ਬਿਨਾਂ ਸ਼ੱਕ ਪੰਜਾਬ ਦੇ ਵਿੱਚ ਨਾ ਤੇ ਖਾਲਿਸਤਾਨੀ ਪੱਖੀਆਂ ਦਾ ਕੋਈ ਬਹੁਤ ਵੱਡਾ ਆਧਾਰ ਨਜ਼ਰ ਆਉਂਦਾ ਹੈ ਜੀ, ਨਾ ਖੱਬੇ ਪੱਖੀਆਂ ਦਾ। ਪਿਛਲੇ 10, 15, 20 ਸਾਲਾਂ ਦੀ ਇਲੈਕਸ਼ਨ ਦੇ ਵਿੱਚ ਮੇਰੇ ਖਿਆਲ ਕਦੀ ਕਿਸੇ ਨੇ ਕੋਈ ਜਿਹੜੀ ਸੀਟ ਵੀ ਨਹੀਂ ਜਿੱਤੀ ਹੈ ਜਿਹੜੀਆਂ ਇਲੈਕਸ਼ਨਾਂ ਹੋਈਆਂ ਨੇ। ਲੇਕਿਨ ਗਰਦਾਨਿਆਂ ਇਹ ਜਾ ਰਿਹਾ ਕਿ ਸ਼ਾਇਦ ਅੱਧਾ ਪੰਜਾਬ ਜਿਹੜਾ ਹੈ, ਕਿਉਂਕਿ ਜਦੋਂ ਇੱਕ ਵਿਅਕਤੀ ਇਹ ਕਹਿੰਦਾ ਕਿ ਜਿਹੜੀਆਂ 30 ਜਥੇਬੰਦੀਆਂ ਨੇ ਇਹਨਾਂ ਵਿੱਚ ਤੇ ਮੋਸਟਲੀ ਖੱਬੇ ਪੱਖੀ ਨੇ ਤੇ ਇਹ ਅੰਦੋਲਨ ਨੂੰ ਇਹ ਕਰ ਦੇਣਗੇ। ਸੋ ਮੇਰੇ ਇਹਦੇ ਨਾਲ ਇੱਕ ਕਮਿਊਨਿਟੀ ਦੇ ਵਿੱਚ ਬਹਿਸ ਛਿੜੀ ਹੈ ਤੇ ਮੈਂ ਇਸ ਗੱਲ ਨੂੰ ਸਿਰਫ ਆਪਣੇ ਤੌਰ ਤੇ ਇਹ ਕਹਿਣਾ ਚਾਹੁੰਦਾ ਕਿ ਸਾਨੂੰ ਇਹਨਾਂ ਚੀਜ਼ਾਂ ਦੇ ਵਿੱਚ ਪੈ ਕੇ ਥੋੜ੍ਹਾ ਜਿਹਾ ਕਮਿਊਨਿਟੀ ਤੌਰ ਤੇ ਸਾਨੂੰ ਸੋਚਣਾ ਚਾਹੀਦਾ ਹੈ ਕਿਤੇ ਸਾਡੀ ਕਮਿਊਨਿਟੀ ਦੀ ਜਿਹੜੀ ਯੂਨਾਈਟਿਡ ਸਟਰੈਂਥ ਹੈ ਇਹਨੂੰ ਵੀਕ ਤਾਂ ਨਹੀਂ ਕਰ ਰਹੀਆਂ। ਬਿਲਕੁਲ। ਕਿਤੇ ਅਸੀਂ ਗਲਤ ਪ੍ਰਚਾਰ ਦੇ ਅਧੀਨ ਆ ਕੇ ਕਿਸੇ ਨੂੰ ਇਹ ਗਰਦਾਨ ਕੇ ਕਿ ਇਹ ਖੱਬੇ ਪੱਖੀ ਹੈ ਜਾਂ ਇਹ ਖਾਲਿਸਤਾਨੀ ਹੈ ਜੀ, ਇਹਦੇ ਨਾਲ ਅਸੀਂ ਕਮਿਊਨਿਟੀ ਦੇ ਤੌਰ ਤੇ ਕਿਤੇ ਕਮਜ਼ੋਰ ਤਾਂ ਨਹੀਂ ਹੋ ਰਹੇ। ਸੋ ਆਉਣ ਵਾਲਾ ਸਮਾਂ ਦੱਸੇਗਾ, ਲੇਕਿਨ ਅਰਦਾਸ ਇਹ ਕਰ ਸਕਦੇ ਹਾਂ ਪ੍ਰਮਾਤਮਾ ਅੱਗੇ ਕਿ ਇਸ ਤਰ੍ਹਾਂ ਦੀ ਜਿਹੜੀ ਕੋਈ ਗੱਲ ਨਾ ਵਾਪਰੇ। ਲੇਕਿਨ ਬਿਨਾਂ ਸ਼ੱਕ ਕਿਉਂਕਿ ਇਸ ਤੇ ਲੋਕਾਂ ਦਾ ਧਿਆਨ ਨਹੀਂ ਨਾ ਸੀ, ਅਟੈਂਸ਼ਨ ਹੀ ਨਹੀਂ ਸੀ, ਇਹਦਾ ਅਸਰ ਜ਼ਰੂਰ ਪਵੇਗਾ।
ਬਿਲਕੁਲ ਜੀ, ਅਸੀਂ ਵੀ ਇਸ ਗੱਲਬਾਤ ਦੇ ਰਾਹੀਂ ਇਹੀ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਜਿਹੜੀ ਸਾਡੀ, ਭਾਵੇਂ ਅਸੀਂ ਕੈਨੇਡਾ ਬੈਠੇ ਹਾਂ, ਅਮਰੀਕਾ ਬੈਠੇ ਹਾਂ, ਭਾਵੇਂ ਪੰਜਾਬ ਦੇ ਵਿੱਚ ਬੈਠੇ ਹਾਂ, ਹਾਂਜੀ ਸਿੱਖ ਭਾਈਚਾਰਾ ਵਾ, ਪੰਜਾਬੀ ਭਾਈਚਾਰਾ ਵਾ, ਜਾਂ ਕੋਈ ਵੀ ਭਾਈਚਾਰੇ ਨੇ, ਹਾਂਜੀ ਆਪਸੀ ਸਾਂਝ, ਆਪਸੀ ਪਿਆਰ ਮੁਹੱਬਤ ਬਰਕਰਾਰ ਰੱਖੋ। ਕਿਤੇ ਇਹ ਨਾ ਹੋਵੇ ਕਿ ਅੰਦੋਲਨ ਦੇ ਚੱਲਦਿਆਂ ਅਸੀਂ ਆਪਸ ਦੇ ਵਿੱਚ ਹੀ ਜਿਹੜੇ ਗਿਲੇ ਸ਼ਿਕਵੇ ਨੇ ਉਹਨਾਂ ਨੂੰ ਵਧਾ ਲਈਏ। ਬਿਲਕੁਲ ਜੀ। ਭਾਜੀ, ਗੱਲਬਾਤ ਅਸੀਂ ਹੋਰ ਵੀ ਕਾਫੀ ਅਹਿਮ ਮੁੱਦਿਆਂ ਉੱਪਰ ਕਰਨੀ ਆ, ਪਰ ਇੱਥੇ ਸਮਾਂ ਇੱਕ ਬ੍ਰੇਕ ਦਾ ਹੋ ਚੁੱਕਿਆ ਹੈ ਔਰ ਤੁਸੀਂ ਕਿਤੇ ਨਾ ਜਾਣਾ ਜੀ। ਗੱਲਬਾਤ ਨੂੰ ਅਸੀਂ ਬ੍ਰੇਕ ਤੋਂ ਬਾਅਦ ਜਾਰੀ ਰੱਖਾਂਗੇ। ਤੁਸੀਂ ਦੇਖਦੇ ਰਹਿਣਾ ਪ੍ਰੋਗਰਾਮ ਐਡਮਿੰਟਨ ਡਾਇਰੀ। ਪ੍ਰੋਗਰਾਮ ਐਡਮਿੰਟਨ ਡਾਇਰੀ ਦੇ ਵਿੱਚ ਬ੍ਰੇਕ ਤੋਂ ਬਾਅਦ ਆਪ ਜੀ ਦਾ ਇੱਕ ਵਾਰ ਫਿਰ ਸਵਾਗਤ ਹੈ ਜੀ। ਔਰ ਸਾਡੀ ਗੱਲਬਾਤ ਚੱਲ ਰਹੀ ਸੀ ਸਰਦਾਰ ਗੁਰਿੰਦਰ ਸਿੰਘ ਜੀ ਦੇ ਨਾਲ। ਆਓ ਜੀ ਗੱਲਬਾਤ ਨੂੰ ਜਾਰੀ ਰੱਖਦੇ ਹਾਂ। ਹਾਂਜੀ ਭਾਜੀ, ਇੱਕ ਹੋਰ ਤੁਸੀਂ ਸੋਸ਼ਲ ਮੀਡੀਆ ਦੇ ਉੱਪਰ ਖਾਸ ਕਰਕੇ ਇੱਕ ਨਵਾਂ ਪ੍ਰਕਰਨ ਸ਼ੁਰੂ ਦੇਖਿਆ ਹੋਊਗਾ। ਹਾਂਜੀ, ਉਹ ਹੈਗਾ ਜੀ ਟਵਿੱਟਰ ਵਾਰ, ਹਾਂਜੀ ਜਾਂ ਪੰਜਾਬੀ ਚ ਕਹਿ ਲਈਏ ਜਿੱਦਾਂ ਕਹਿੰਦੇ ਨਾ ਜੂੰਡੇ ਜੁੰਡੀ। ਹਾਂਜੀ ਹੁਣ ਇਹ ਟਵਿੱਟਰ ਹੀ ਹੋ ਗਏ ਆ। ਬਿਲਕੁਲ ਜੀ, ਬਿਲਕੁਲ। ਸੋ ਇੱਕ ਨਿੱਕਾ ਜਿਹਾ ਟਵੀਟ ਸ਼ੁਰੂ ਹੋਇਆ ਇੰਟਰਨੈਸ਼ਨਲ ਪੌਪ ਸਟਾਰ ਰਿਹਾਨਾ ਵੱਲੋਂ। ਹਾਂਜੀ ਫਿਰ ਕਈ ਸੈਲੀਬ੍ਰਿਟੀਜ਼ ਸਪੋਰਟ ਦੇ ਵਿੱਚ ਆਈਆਂ। ਹਾਂਜੀ ਭਾਰਤ ਦੇ ਕਈ ਐਕਟਰਸ, ਕਈ ਮਿਊਜ਼ੀਸ਼ੀਅਨ, ਹਾਂਜੀ ਕਈ ਸਪੋਰਟਸ ਪਰਸਨ ਹਾਂਜੀ ਤੇ ਪੋਲੀਟੀਸ਼ੀਅਨ, ਉਹ ਇਸ ਦੇ ਅਗੇਂਸਟ ਵੀ ਖੜੇ ਹੋਏ ਵੀ ਤੁਹਾਨੂੰ ਕਿੰਨੇ ਹੱਕ ਦਿੱਤਾ ਸਾਡੀ ਏਕਤਾ ਅਖੰਡਤਾ ਦੇ ਵੱਲ ਗੱਲਬਾਤ ਕਰਨ ਦੀ। ਬਿਲਕੁਲ ਜੀ। ਸੋ ਮੇਰਾ ਸਵਾਲ ਇਹ ਆ ਕਿ ਭਾਰਤ ਦੀ ਏਕਤਾ ਅਖੰਡਤਾ, ਭਾਰਤ ਦਾ ਲੋਕਤੰਤਰ, ਧਰਮ ਨਿਰਪੱਖਤਾ ਇੰਨੀ ਕਮਜ਼ੋਰ ਆ ਵੀ ਸਿਰਫ ਇੱਕ ਟਵੀਟ ਦੇ ਨਾਲ ਹੀ ਹਿੱਲ ਜਾਵੇ, ਜਾਂ ਸਾਨੂੰ ਇਹਦੀ ਢਹਿ ਦੀ ਹੋ ਜਾਵੇ? ਪਹਿਲੀ ਤਾਂ ਗੱਲ ਇਹ ਹੈ ਜੀ, ਜਿਵੇਂ ਤੁਸੀਂ ਕਿਹਾ ਕਿ ਟਵਿੱਟਰ ਵਾਰ, ਹਾਂਜੀ, ਮੈਨੂੰ ਲੱਗਦਾ ਹੈ ਖਾਸ ਕਰਕੇ ਜਦੋਂ ਦਾ ਲਾਕਡਾਊਨ ਦਾ ਜ਼ਮਾਨਾ ਹੈ ਜੀ, ਜੀ ਲੋਕਾਂ ਨੂੰ ਵੈਸੇ ਥੋੜਾ ਜਿਹਾ ਵੱਧ ਸਮਾਂ ਮਿਲ ਗਿਆ। ਸਮਾਂ ਵੱਧ ਮਿਲ ਗਿਆ ਜੀ। ਸੋ ਉਹਦੇ ਕਰਕੇ ਵੀ ਥੋੜਾ ਜਿਹਾ ਇਹਦਾ ਰੁਝਾਨ ਵੱਧ ਗਿਆ ਜੀ। ਚਲੋ ਇਸ ਗੱਲ ਤੇ ਆਪਾਂ ਅਗਰ ਗੱਲ ਕਰੀਏ, ਕਿਉਂਕਿ ਦੋ ਅਹਿਮ ਪਰਸਨੈਲਿਟੀਜ਼, ਰਿਹਾਨਾ ਦੀ ਤੁਸੀਂ ਗੱਲ ਕੀਤੀ ਹੈ ਔਰ ਗ੍ਰੇਟਾ ਥਨਬਰਗ ਦੀ ਗੱਲ ਕੀਤੀ ਹੈ। ਬਿਲਕੁਲ। ਮੈਂ ਥੋੜਾ ਜਿਹਾ ਇਹਦੀ ਬੈਕਗ੍ਰਾਉਂਡ ਦੱਸਾਂ ਗ੍ਰੇਟਾ ਦੀ, ਕਿਉਂਕਿ ਅਸੀਂ ਅਲਬਰਟਾ ਦੇ ਵਿੱਚ ਬੈਠੇ ਹਾਂ। ਬਿਲਕੁਲ। ਸ਼ਾਇਦ ਤੁਹਾਨੂੰ ਪਤਾ ਹੋਵੇ ਕਿ ਗ੍ਰੇਟਾ ਕਿਉਂਕਿ ਉਹ ਇੱਕ এনवायरमेंटਲਿਸਟ ਹੈ, ਵਾਤਾਵਰਣ ਪ੍ਰੇਮੀ ਹੈ। ਵਾਤਾਵਰਣ ਪ੍ਰੇਮੀ ਹੈ। ਕੈਨੇਡਾ ਦੇ ਵਿੱਚ ਵੀ ਉਹ ਆਈ ਸੀ ਜੀ, ਐਡਮਿੰਟਨ ਦੇ ਵਿੱਚ ਵੀ ਆਈ ਸੀ। ਜਦੋਂ ਐਡਮਿੰਟਨ ਦੇ ਵਿੱਚ ਆਈ ਸੀ ਤੇ ਉਸ ਦਾ ਵਿਰੋਧ ਵੀ ਹੋਇਆ ਸੀ ਜੀ। ਈਵਨ ਬਹੁਤ ਲੋਕ ਜਿਹੜੇ ਉਹਨਾਂ ਦੇ ਨਾਲ ਸਹਿਮਤ ਨਹੀਂ ਸਨ, ਕਿਉਂਕਿ ਉਹ ਆਇਲ ਐਂਡ ਗੈਸ ਦੇ ਅਗੇਂਸਟ ਸੀ। ਬਿਲਕੁਲ। ਤੇ ਲੋਕਾਂ ਨੇ ਉਹਨਾਂ ਦਾ ਵਿਰੋਧ ਕੀਤਾ, ਪਰ ਕਿਸੇ ਕਿਸਮ ਦਾ ਸਰਕਾਰੀ ਤੌਰ ਤੇ ਉਹਨਾਂ ਦਾ ਕੋਈ ਕੈਨੇਡਾ ਗਵਰਨਮੈਂਟ ਵੱਲੋਂ ਜਾਂ ਅਲਬਰਟਾ ਸਰਕਾਰ ਵੱਲੋਂ ਕੋਈ ਇਦਾਂ ਦਾ ਖਾਸ ਨੋਟਿਸ ਨਹੀਂ ਲਿਆ ਗਿਆ। ਐਡਮਿੰਟਨ ਦੇ ਵਿੱਚ ਆਈ, ਯੂਨੀਵਰਸਿਟੀ ਦੇ ਵਿੱਚ, ਹੋਰ ਵੀ ਇੱਕ ਦੋ ਜਗ੍ਹਾ ਜਾ ਕੇ ਉਹਨੇ ਆਪਣੀਆਂ ਗੈਦਰਿੰਗਸ ਨੂੰ ਐਡਰੈਸ ਕੀਤਾ ਤੇ ਆਪਣਾ ਪ੍ਰਤੀਕਰਮ ਦਿੱਤਾ। ਬਿਲਕੁਲ। ਸੋ ਇਹਦੇ ਵਿੱਚ ਕੋਈ ਏਡੀ ਗੱਲ ਨਹੀਂ। ਲੇਕਿਨ ਜੋ ਇੰਡੀਆ ਦੇ ਵਿੱਚ ਹੋਇਆ, ਉਹਦੇ ਵਿੱਚ ਜਿਹੜੀਆਂ ਹਾਸੋਹੀਣੀਆਂ ਜਾਂ ਜਿਹੜੀਆਂ ਕੁਝ ਜ਼ਿਆਦਾ ਜਿਹੜੀਆਂ ਧਿਆਨ ਦੇਣ ਵਾਲੀਆਂ ਗੱਲਾਂ, ਇੱਕ ਤਾਂ ਹੈ ਕਿ ਭਾਰਤ ਦੀ ਜਿਹੜੀ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਹੈ, ਉਹਨਾਂ ਨੇ ਇੱਕ ਲੰਬਾ ਚੌੜਾ ਲੈਟਰ ਲਿਖ ਕੇ ਉਹਦਾ ਰਿਪਲਾਈ ਦਿੱਤਾ। ਬਿਲਕੁਲ। ਹਾਂਜੀ। ਉਸ ਤੇ ਇੱਥੇ ਹੀ ਬਸ ਨਹੀਂ, ਭਾਰਤ ਦੀਆਂ ਜਿਹੜੀਆਂ ਸੈਲੀਬ੍ਰਿਟੀਜ਼ ਨੇ, ਜਿਨ੍ਹਾਂ ਦੇ ਵਿੱਚ ਖਾਸ ਕਰਕੇ ਸਿਰਫ ਦੋ ਖੇਤਰ ਨੇ ਜਿਨ੍ਹਾਂ ਦਾ ਮੈਂ ਜ਼ਿਕਰ ਕਰਾਂਗਾ। ਇੱਕ ਹੈ ਬਾਲੀਵੁੱਡ ਜੀ, ਦੂਸਰਾ ਹੈ ਜੀ ਕ੍ਰਿਕਟ। ਬਿਲਕੁਲ। ਕਿਉਂਕਿ ਕ੍ਰਿਕਟ ਇੱਕ ਵਾਹਦ ਸਪੋਰਟ ਹੈ ਜਿਹਦੇ ਵਿੱਚ ਇੰਡੀਆ ਦੀ ਸਰਦਾਰੀ ਵੀ ਹੈ ਜੀ, ਤੇ ਉਹੀ ਇੱਕ ਗੇਮ ਹੈ ਜੇ ਤੇ ਇੰਡੀਆ ਕਲੇਮ ਕਰਦਾ ਹੈ ਕਿ ਅਸੀਂ ਇਹ 'ਚ ਨੰਬਰ 1 ਹੈ। ਕਿਸੇ ਵੇਲੇ ਹਾਕੀ ਹੁੰਦੀ ਸੀ, ਲੇਕਿਨ BCCI ਵੀ ਦੁਨੀਆ ਦੀ ਸਭ ਤੋਂ ਅਮੀਰ ਬੋਡੀ ਹੈ ਜੀ। BCCI ਕ੍ਰਿਕਟ ਵਰਲਡ ਕ੍ਰਿਕਟ ਨੂੰ ਕੰਟਰੋਲ ਕਰਦੀ ਜੀ। ਹਾਂਜੀ। ਸੋ ਜਦੋਂ ਉਹਨਾਂ ਦੇ ਪ੍ਰਤੀਕਰਮ ਆਏ ਜੀ, ਸਿਰਫ ਪ੍ਰਤੀਕਰਮ ਹੀ ਨਹੀਂ ਆਏ, ਲੇਕਿਨ ਇਸ ਤਰ੍ਹਾਂ ਲੱਗਦਾ ਸੀ ਕਿ 8-10 ਟਵੀਟ ਜਿਹੜੇ ਨੇ ਇੱਕ ਦੂਜੇ ਤੋਂ ਕਾਪੀ ਕਰਕੇ ਮਾੜੀ ਮੋਟੀ ਕਿਸੇ ਨੇ ਚੇਂਜ ਕੀਤੀ, ਕਿਸੇ ਨੇ ਉਹ ਵੀ ਮਤਲਬ ਕਿ ਨਹੀਂ ਉਹਦੇ ਵਿੱਚ ਹਿੰਮਤ ਸਮੇਂ ਦੀ ਘਾਟ ਲੱਗੀ, ਕਾਪੀ ਪੇਸਟ ਕਰਤਾ ਉਹਨਾਂ ਨੇ ਉਸੇ ਤਰ੍ਹਾਂ ਹੀ ਤੋੜ ਦਿੱਤਾ ਜੀ। ਸੋ ਇੱਕ ਤਾਂ ਇਹ ਥੋੜਾ ਜਿਹਾ ਨਹੀਂ, ਕਾਫੀ ਸਾਰੀ ਹਾਸੋਹੀਣੀ ਗੱਲ ਹੋਈ ਕਿ ਇਹ ਵਿਅਕਤੀ ਇੱਕਦਮ ਕਿੱਦਾਂ ਬੋਲ ਪਏ ਜੀ। ਇਹਨਾਂ ਨੂੰ ਕਿਸੇ ਨੇ ਕਿਹਾ ਬੋਲਣ ਨੂੰ, ਔਰ ਦੂਜਾ ਫਿਰ ਇਹਨਾਂ ਨੂੰ ਇਹ ਕਿਹਾ ਵੀ ਤੁਸੀਂ ਆਹ ਬੋਲੋ, ਤੇ ਫਿਰ ਉਹ ਉਦਾਂ ਹੀ ਬੋਲ ਪਏ। ਇਹਨਾਂ ਸਾਰਿਆਂ ਦੀਆਂ ਜਿੰਨੀਆਂ ਵੀ ਪ੍ਰਤੀਕਿਰਿਆਵਾਂ ਆਈਆਂ ਜੀ, ਇੱਕ ਕੀ ਜਿਨ੍ਹਾਂ ਵਿੱਚ ਸਾਂਝੀ ਮੈਂ ਨੋਟ ਕੀਤੀ ਆ, ਹਾਂਜੀ, ਪ੍ਰੋਪੇਗੈਂਡਾ। ਹਾਂਜੀ, ਵੀ ਆਰ ਅਗੇਂਸਟ ਦੀ ਪ੍ਰੋਪੇਗੈਂਡਾ। ਬਿਲਕੁਲ। ਸੋ ਕਹਿਣ ਦਾ ਮਤਲਬ ਆ ਕਿ ਤੁਹਾਨੂੰ ਇਹ ਪ੍ਰੋਪੇਗੈਂਡਾ ਪਹਿਲਾਂ ਕਦੇ ਨਜ਼ਰ ਨਹੀਂ ਆਇਆ? ਨਹੀਂ, ਦੇਖੋ ਗੱਲ ਸਵਾਲ ਇਹ ਪੈਦਾ ਹੁੰਦਾ ਕਿ ਅਗਰ ਕਿਸੇ ਵਿਅਕਤੀ ਨੇ, ਦੇਖੋ ਉਹਦੇ ਵਿੱਚ ਮੈਂ ਇੱਕ ਦੋ ਜ਼ਿਕਰ ਕਰਾਂਗਾ। ਇਰਫਾਨ ਪਠਾਨ ਇੰਡੀਅਨ ਕ੍ਰਿਕਟ ਟੀਮ ਦੇ ਸਾਬਕਾ ਮੈਂਬਰ ਹੈ ਜੀ।
ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਦੋਂ ਅਮਰੀਕਾ ਦੇ ਵਿੱਚ ਇੱਕ ਸਿਆਹ ਨਸਲ ਦੇ ਵਿਅਕਤੀ ਦੀ ਪੁਲਿਸ ਵੱਲੋਂ ਉਹਨਾਂ ਨੂੰ ਹੈਂਡਲ ਕਰਦੇ ਉਹਨਾਂ ਦੀ ਡੈਥ ਹੋ ਗਈ ਜੀ। ਤੇ ਉਸ ਤੇ ਇੰਡੀਆ ਤੋਂ ਬਹੁਤ ਸਾਰੇ ਲੋਕਾਂ ਨੇ ਟਵੀਟ ਕੀਤਾ ਸੀ ਬੈਕ ਲਾਈਵਸ ਮੈਟਰ ਦੇ ਜਿਹੜਾ ਅੰਦੋਲਨ ਸਾਰੀ ਦੁਨੀਆ ਦੇ ਵਿੱਚ ਹੀ ਸਾਰੀ support ਦੁਨੀਆ ਕੀਤਾ ਦੇ ਵਿੱਚ। ਬਿਲਕੁਲ। ਸੋ ਉਹਨਾਂ ਦਾ ਬੜਾ ਵਾਜਬ ਇਹ ਗੱਲ ਸੀ ਕਿ ਅਗਰ ਅਸੀਂ ਉੱਥੇ ਪ੍ਰਤੀਕਰਮ ਦੇ ਸਕਦੇ ਤੇ ਇੱਥੇ ਕੋਈ ਪ੍ਰਤੀਕਰਮ ਕਿਉਂ ਨਹੀਂ ਦੇ ਸਕਦਾ। ਬਿਲਕੁਲ ਬੜੀ ਸਿੰਪਲ ਸਧਾਰਨ ਗੱਲ ਹੈ। ਉੱਥੇ ਵੀ ਮਾਨਵਤਾ ਦੀ ਗੱਲ ਸੀ, ਇੱਥੇ ਵੀ ਮਾਨਵਤਾ ਦੀ ਗੱਲ ਹੈ। ਬਿਲਕੁਲ। ਔਰ ਦੂਜਾ ਵਿਦਨ ਕ੍ਰਿਕਟ, ਕਿਉਂਕਿ ਇੱਕ ਵੈਸੇ ਉਹਨਾਂ ਦਾ ਨਾਮ ਵੀ ਲੈਣਾ ਮੈਨੂੰ ਤਾਂ ਲੱਗਦਾ ਹੁੰਦਾ ਕਿ ਵੇਸਟੇਜ ਆਫ ਟਾਈਮ ਹੈ ਜੀ। ਹਾਂਜੀ, ਲੇਕਿਨ ਹੁਣ ਚਲੋ ਨਾਂ ਲੈ ਲੈਨੇ ਕਿਉਂਕਿ ਕੰਟੈਕਸਟ ਇਸ ਤਰ੍ਹਾਂ ਦਾ ਹੈ ਜੀ। ਤੇ ਉਹ ਕੰਗਨਾ ਰਣੌਤ ਸਾਰੀ ਇੰਡੀਅਨ ਕ੍ਰਿਕਟ ਟੀਮ ਨੂੰ ਕਹਿ ਰਹੀ ਹੈ ਧੋਬੀ ਦਾ ਕੁੱਤਾ ਨਾ ਘਰ ਦਾ ਨਾ ਕਾਟਦਾ। ਤੇ ਉਸੇ ਹੀ ਟੀਮ ਦੇ ਇੱਕ ਮੈਂਬਰ ਵੱਲੋਂ ਉਹ ਜਿਹਦੇ ਕਰਕੇ ਮੇਰਾ ਖਿਆਲ ਕਿ ਕੋਈ ਰੋਹਿਤ ਸ਼ਰਮਾ ਦਾ ਇੱਕ ਟਵੀਟ ਸੀ ਜੀ, ਜਿਹੜਾ ਕਿ ਮੈਂ ਸਮਝਦਾ ਕਿ ਜਿੰਨੇ ਵੀ ਕ੍ਰਿਕਟ ਪਲੇਅਰ ਦੇ ਟਵੀਟ ਸਨ ਉਹਨਾਂ ਵਿੱਚੋਂ ਸਭ ਤੋਂ ਬੈਲੈਂਸ ਟਵੀਟ ਸੀ। ਬਿਲਕੁਲ। ਤੇ ਸ਼ਾਇਦ ਉਹੀ ਉਹਨੂੰ ਚੁੱਭਿਆ, ਜੀ। ਹੋਰ ਵੀ ਚੁੱਭੇ ਹੋਣਗੇ। ਇਸੇ ਤਰ੍ਹਾਂ ਕੁਝ ਫਿਲਮੀ ਅਦਾਕਾਰ ਵੀ ਨੇ, ਉਹਨਾਂ ਨੇ ਵੀ ਫਾਰਮਰਸ ਦੇ ਹੱਕ ਦੇ ਵਿੱਚ ਕੁਝ ਬਿਆਨ ਦਿੱਤੇ ਨੇ। ਹਾਂਜੀ, ਉਹਨਾਂ ਤੇ ਵੀ ਇਹਨਾਂ ਨੇ ਕੁਝ ਅਭੱਦਰ ਟਿੱਪਣੀਆਂ ਜਿਹੜੀਆਂ ਕੀਤੀਆਂ ਨੇ। ਬਿਲਕੁਲ ਜੀ। ਲੇਕਿਨ ਦੂਜੇ ਪਾਸੇ ਮੈਂ ਇਹ ਵੀ ਦੱਸ ਦਿਆਂ ਕਿ ਸਰਕਾਰ ਦੇ ਇੰਨਾ ਕੁਝ ਕਰਨ ਦੇ ਬਾਵਜੂਦ ਜਾਂ ਇਹਨਾਂ ਲੋਕਾਂ ਦੇ ਇਦਾਂ ਦੇ ਪ੍ਰਤੀਕਰਮ ਦੇਣ ਦੇ ਬਾਵਜੂਦ ਇੱਕ ਇਨਸੀਡੈਂਟ ਤਾਂ ਮੈਂ ਤੁਹਾਨੂੰ ਇਹ ਦੱਸਾਂਗਾ ਕਿ ਇੱਕ ਵਰਲਡ ਟੈਨਿਸ ਦੀ ਚੋਟੀ ਦੀ ਖਿਡਾਰਨ ਰਹੀ ਹੈ ਸ਼ਰਪੋਵਾ, ਜੋ ਕਿ ਰਸ਼ੀਅਨ ਪਲੇਅਰ ਹੈ ਜੀ। ਉਹ ਇੱਕ ਵਾਰ ਇੰਡੀਆ ਦੇ ਵਿੱਚ ਆਏ ਸਨ ਤੇ ਉਹਨਾਂ ਨੂੰ ਕਿਸੇ ਨੇ ਪੁੱਛਿਆ ਵੀ ਤੁਹਾਨੂੰ ਤੰਦੂਲਕਰ ਬਾਰੇ ਪਤਾ, ਤੇ ਉਹ ਕਹਿੰਦੀ ਕਿ ਮੈਨੂੰ ਨਹੀਂ ਪਤਾ। ਉਹਨੂੰ ਨਹੀਂ ਪਤਾ ਹੋ ਸਕਦਾ ਜੀ, ਜੀ। ਲੇਕਿਨ ਉਸ ਦਾ ਬੜਾ ਕ੍ਰਿਟਿਸਿਜ਼ਮ ਹੋਇਆ ਸੀ, ਉਸ ਦੇ ਅਗੇਂਸਟ ਬਹੁਤ ਕੁਝ ਲਿਖਿਆ ਗਿਆ ਸੀ। ਔਰ ਮੋਸਟਲੀ ਕਿਉਂਕਿ ਉਹ ਸ਼ਾਇਦ ਕੇਰਲਾ ਵਾਲੀ ਸਾਈਡ ਤੇ ਆਈ ਹੋਵੇ, ਉੱਥੇ ਦੇ ਲੋਕਾਂ ਨੇ ਜ਼ਿਆਦਾ ਪ੍ਰਤੀਕਰਮ ਦਿੱਤਾ ਸੀ, ਜਿਹੜੇ ਮਲਿਆਲੀ ਲੋਕ ਨੇ, ਜਿਹੜੇ ਮਲਿਆਲਮ ਬੋਲਦੇ ਨੇ ਜੀ। ਤੇ ਹੁਣ ਉਹਨਾਂ ਹੀ ਲੋਕਾਂ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਸ਼ਾਰਪੋਵਾ ਨੂੰ ਦੁਬਾਰਾ ਟਵੀਟ ਕੀਤੇ ਨੇ ਤੇ ਇਹ ਕਿਹਾ ਕਿ ਤੂੰ ਠੀਕ ਸੀ, ਇਹ ਵਿਅਕਤੀ ਸਿਰਫ ਸੈਲਫ ਸੈਂਟਰਡ ਹੈ, ਇਸ ਕਰਕੇ ਅਸੀਂ ਨਹੀਂ ਪਛਾਣ ਸਕੇ ਸੀ ਲੇਕਿਨ ਤੂੰ ਪਛਾਣ ਲਿਆ ਸੀ। ਠੀਕ ਹੈ, ਠੀਕ ਹੈ। ਸੋ ਇਹ ਇੱਕ ਬਹੁਤ ਵੱਡਾ ਪ੍ਰਤੀਕਰਮ ਹੈ। ਮੈਨੂੰ ਇਹ ਲੱਗਦਾ ਹੈ ਕਿ ਇਹਨਾਂ ਦੋ ਟਵੀਟਸ ਤੇ ਜਾਂ ਹੋਰ ਜਿਹੜੇ ਟਵੀਟ ਕੋਈ ਬਾਹਰੋਂ ਆਏ ਨੇ, ਜਿਹੜੇ ਵੀ ਪਰਸਨੈਲਿਟੀ ਨੇ, ਉਹਨਾਂ ਤੇ ਗਵਰਨਮੈਂਟ ਨੇ ਓਵਰ ਰਿਐਕਟ ਕਰਕੇ ਤੇ ਕਰਵਾ ਕੇ ਮੈਨੂੰ ਲੱਗਦਾ ਮੁਲਕ ਦੀ ਹਾਸੋਹੀਣੀ ਜਿਹੜੀ ਆ ਉਹ ਹੋਈ ਹੈ। ਯੂਨਾਈਟਿਡ ਨੇਸ਼ਨ ਦਾ ਵੀ ਕੋਈ ਪ੍ਰਤੀਕਰਮ ਆਇਆ ਜੀ ਇਸ ਮੁੱਦੇ ਤੇ? ਯੂਨਾਈਟਿਡ ਨੇਸ਼ਨ ਨੇ ਬੜਾ ਮੇਰੇ ਹਿਸਾਬ ਨਾਲ ਢੁਕਵਾਂ ਤੇ ਬੜਾ ਫੇਅਰ ਜਿਹਾ ਉਹਨਾਂ ਨੇ ਇਸ ਤੇ ਕਮੈਂਟ ਕੀਤਾ। ਉਹਨਾਂ ਨੇ ਇਹ ਕਿਹਾ ਕਿ ਕਿਸਾਨਾਂ ਨੂੰ ਤੇ ਭਾਰਤ ਦੀ ਜਿਹੜੀ ਸਰਕਾਰ ਆ ਦੋਨਾਂ ਨੂੰ ਪੀਸਫੁਲ ਰਹਿਣਾ ਚਾਹੀਦਾ, ਲੇਕਿਨ ਫਿਰ ਉਹਨੇ ਕੈਟਾਗਰੀਕਲੀ ਇੱਕ ਲਾਈਨ ਦੇ ਵਿੱਚ ਲਿਖਿਆ ਹੈ ਕਿ ਜਿਹੜੇ ਪ੍ਰੋਟੈਸਟਿੰਗ ਫਾਰਮਰਸ ਨੇ ਉਹਨਾਂ ਦੀਆਂ ਜਿਹੜੀਆਂ ਬੇਸਿਕ ਅਮਿਊਨਿਟੀਜ਼ ਨੇ, ਇੰਟਰਨੈਟ ਵਗੈਰਾ ਜੋ ਲੋੜਾਂ ਨੇ, ਪਾਣੀ ਹੈ, ਫੂਡ ਹੈ, ਉਹ ਸਰਕਾਰ ਨੂੰ ਉਹਦੇ ਵਿੱਚ ਕੋਈ ਰੁਕਾਵਟ ਨਹੀਂ ਪਾਉਣੀ ਚਾਹੀਦੀ। ਸੋ ਮੇਰੇ ਹਿਸਾਬ 'ਚ ਇੱਕ ਸਰਕਾਰੀ ਸੰਸਥਾ ਵੱਲੋਂ ਵਰਲਡ ਦੀ ਜਿਹੜੀ ਨੰਬਰ ਹੈ ਉਸ ਵੱਲੋਂ ਏਡੀ ਇਹ ਗੱਲ ਕਹਿਣੀ ਮੈਨੂੰ ਲੱਗਦਾ ਕਿ ਇਹ ਵੀ ਵੱਡੀ ਗੱਲ ਹੈ ਜੀ। ਹਾਂਜੀ। ਇੱਕ ਹੋਰ ਗੱਲ ਹੈ ਜੀ ਕਿ ਉੱਥੇ ਜਿਵੇਂ ਆਪਾਂ ਗੱਲ ਕਰ ਰਹੇ ਕਿ ਆਰੋਪ ਪ੍ਰਤੀਰੋਪ ਦੀ ਇੱਕ ਲੰਬੀ ਕੜੀ ਸ਼ੁਰੂ ਹੋ ਚੁੱਕੀ ਹੈ। ਹਾਂਜੀ। ਕਿਸਾਨੀ ਅੰਦੋਲਨ ਨੂੰ ਲੈ ਕੇ ਕਦੇ ਕੁਝ ਕਹਿ ਦਿੰਦੇ ਆ ਜੀ ਕਿ ਫਲਾਨਾ ਲੀਡਰ ਜਿਹੜਾ ਵਾ ਇਹ ਦੂਜੀ ਪਾਰਟੀ ਨਾਲ ਸੰਬੰਧਿਤ ਆ, ਜਾਂ ਫਲਾਨਾ ਜਿਹੜਾ ਕੋਈ ਐਕਟਰ ਸੀ, ਜਾਂ ਦੀਪ ਸਿੱਧੂ ਦੀ ਜਿਵੇਂ ਗੱਲ ਕਰਦੇ ਆ ਤੇ ਹੈ ਹੀ ਬੀਜੇਪੀ ਦਾ ਸੀਗਾ। ਹਾਂਜੀ। ਇੱਕ ਜੋ ਇਹ ਆਲਰੇਡੀ ਮਾਹੌਲ ਬਣ ਚੁੱਕਿਆ, ਤੁਹਾਨੂੰ ਕੀ ਲੱਗਦਾ ਵੀ ਇਹਦੇ ਕੋਈ ਸਕਾਰਾਤਮਕ ਨਤੀਜੇ ਵੀ ਨਿਕਲ ਸਕਦੇ ਨੇ? ਦੇਖੋ ਜੀ, ਜਿੰਨੀਆਂ ਵੀ ਇਸ ਕਿਸਮ ਦੀਆਂ ਗੱਲਾਂ ਨੇ ਜੀ, ਇਹਨਾਂ ਨਾਲ ਸਕਾਰਾਤਮਕ ਜਿਹੜਾ ਪੋਜ਼ਿਟਿਵਿਟੀ ਹੈ ਉਹ ਕੁਝ ਨਹੀਂ ਹੋਣ ਲੱਗੀ ਜੀ। ਸਿਰਫ ਇਹ ਹੈ ਕਿ ਇੱਕ ਦੂਸਰੇ ਨੂੰ ਇੱਕ ਜਵਾਬ ਦੇਣ ਦੀ ਗੱਲ ਹੈ। ਹਾਂਜੀ। ਕਿਉਂਕਿ ਇਹ ਮੈਨੂੰ ਲੱਗਦਾ ਜਦੋਂ ਵੀ ਕਿਸੇ ਕਿਸਮ ਦਾ ਕਨਫਲਿਕਟ ਹੁੰਦਾ ਹੈ, ਹਾਂਜੀ, ਜੇ ਭਾਵੇਂ ਸਰਕਾਰ ਨਾਲ ਹੋਵੇ ਭਾਵੇਂ ਕਿਸੇ ਦੇ ਵਿੱਚ ਹੋਵੇ, ਇੱਕ ਦੂਜੇ ਤੇ ਇਸ ਤਰ੍ਹਾਂ ਦੇ ਦੋਸ਼ ਲਗਾਏ ਜਾਂਦੇ ਨੇ ਜਿਨ੍ਹਾਂ ਦੀ ਨਾ ਤਾਂ ਕੋਈ ਬੁਨਿਆਦ ਹੁੰਦੀ ਹੈ ਤੇ ਨਾ ਹੀ ਉਹਨਾਂ ਨਾਲ ਕੋਈ ਬਹੁਤਾ ਫਰਕ ਪੈਂਦਾ ਹੈ। ਠੀਕ ਹੈ। ਹਾਂ, ਇਹ ਗੱਲ ਠੀਕ ਹੈ ਕਿ ਅਸੀਂ ਅਗਰ ਇਸ ਅੰਦੋਲਨ ਦੇ ਪਿਛੋਕੜ ਦੇ ਵਿੱਚ ਜਾਈਏ, ਜਦੋਂ ਪਹਿਲਾਂ ਅੰਦੋਲਨ ਚੱਲਿਆ ਸੀ ਤਾਂ ਅਸੀਂ ਸਾਰੇ ਜਾਣਦੇ, ਖਾਸ ਕਰਕੇ ਪੰਜਾਬ ਦੇ ਵਿੱਚ ਕਿਸੇ ਪੋਲੀਟੀਕਲ ਪਾਰਟੀ ਦੇ ਵਿਅਕਤੀ ਨੂੰ ਉਹਨਾਂ ਦੀ ਸਟੇਜ ਤੇ ਬੋਲਣ ਨਹੀਂ ਦਿੱਤਾ ਜਾਂਦਾ ਸੀ ਜੀ। ਹਾਂਜੀ। ਲੇਕਿਨ 26 ਜਨਵਰੀ ਦੀਆਂ ਘਟਨਾਵਾਂ ਤੋਂ ਬਾਅਦ ਇਹ ਥੋੜੀ ਜਿਹੀ ਇੱਕ ਚੇਂਜ ਆਈ ਹੈ ਕਿ ਪੋਲੀਟੀਕਲ ਪਾਰਟੀਆਂ ਜਿਹੜੀਆਂ ਨੇ, ਜਾਂ ਤਾਂ ਕਿਸਾਨਾਂ ਨੇ ਵੀ ਇਹ ਸਮਝਿਆ ਕਿ ਸਾਨੂੰ ਇਹਨਾਂ ਦੀ ਜ਼ਰੂਰਤ ਹੈ ਹੁਣ, ਕਿਉਂਕਿ ਸਰਕਾਰ ਸਾਡੇ ਨਾਲ ਹਰ ਕਿਸਮ ਦਾ ਧੱਕਾ ਕਰ ਰਹੀ ਹੈ, ਤੇ ਪੋਲੀਟੀਕਲ ਪਾਰਟੀਆਂ ਫਿਰ ਓਬਵੀਅਸਲੀ ਉਹਨਾਂ ਨੇ ਵੀ ਵੋਟਾਂ ਲੈਣੀਆਂ ਨੇ, ਉਹ ਉਹਦੇ ਵਿੱਚ ਆਪਣੀ ਇਨਵੋਲਵਮੈਂਟ ਹੋਣੀ ਸ਼ੁਰੂ ਕਰੇ। ਦੂਜੀ, ਅਗਰ ਅਸੀਂ ਇਸ ਕਹੀਏ ਵੀ ਇਸ ਅੰਦੋਲਨ ਦੇ ਵਿੱਚ ਕੁਝ ਪੋਜ਼ਿਟਿਵਿਟੀ ਦੀ ਗੱਲ ਅਗਰ ਕਰਨੀ ਹੋਵੇ, ਕੁਝ ਚੀਜ਼ਾਂ ਬੜੀਆਂ ਹੀ ਅਹਿਮ ਹੋਈਆਂ ਨੇ। ਇੱਕ ਤਾਂ ਮੈਂ ਪੋਜ਼ਿਟਿਵ ਇਹ ਸਮਝਾਂਗਾ, ਖਾਸ ਕਰਕੇ ਅਸੀਂ ਇੱਥੇ ਬੈਠੇ ਹਾਂ ਜੀ, ਸਾਡੇ ਬੱਚੇ ਜਿਹੜੇ 15-16 ਤੋਂ ਲੈ ਕੇ 20-25 ਸਾਲ ਦੇ ਨੇ, ਉਹਨਾਂ ਦੇ ਕੋਲ ਕੁਝ ਸਮਾਂ ਵੀ ਸੀ ਜੀ, ਤੇ ਉਹਨਾਂ ਨੇ ਇਸ ਦੇ ਵਿੱਚ ਕੁਝ ਨਾ ਕੁਝ ਉਹਨਾਂ ਦੀ ਸ਼ਮੂਲੀਅਤ